ਭਾਰਤੀ ਚੋਣ ਕਮਿਸ਼ਨ ਅੱਜ ਕੋਵਿਡ ਨੂੰ ਲੈ ਕੇ ਕਰੇਗਾ ਰਿਵਿਊ ਮੀਟਿੰਗ। ਰੈਲੀਆਂ ਤੇ ਰੋਡ ਸ਼ੋਅ ਤੇ ਲੱਗੀ ਪਾਬੰਦੀ ਰਹਿ ਸਕਦੀ ਹੈ ਜਾਰੀ। ਦੇਸ਼ ਦੀਆਂ ਕਈ ਪਾਰਟੀਆਂ ਕਰ ਚੁੱਕੀਆਂ ਨੇ ਫੈਸਲਾ, ਮੁੜ ਵਿਚਾਰੇ ਜਾਣ ਦੀ ਮੰਗ। ਸ਼੍ਰੋਮਣੀ ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਕੇ ਰੈਲੀਆਂ ਸ਼ੁਰੂ ਕਰਨ ਦੀ ਕੀਤੀ ਮੰਗ। ਕਿਹਾ ਕਾਂਗਰਸ ਤੇ ਆਮ ਆਦਮੀ ਪਾਰਟੀ ਕੋਲ ਹੈ ਸਰਕਾਰੀ ਫੰਡ। ਭਗਵੰਤ ਮਾਨ ਦਾ ਜਵਾਬ, ਕਿਹਾ ਸਾਡੇ ਮੁਕਾਬਲੇ ਅਕਾਲੀ ਦਲ ਕੋਲ ਪ੍ਰਚਾਰ ਲਈ ਨਹੀਂ ਹੈ ਵਰਕਰ। ਕਾਂਗਰਸ ਉਮੀਦਵਾਰਾਂ ਦੀ ਪਹਿਲੀ ਲਿਸਟ ਦਾ ਹੋ ਰਿਹਾ ਇੰਤਜ਼ਾਰ। ਸੀਈਸੀ ਦੀ ਮੀਟਿੰਗ ਦੇ 2 ਦਿਨ ਬਾਅਦ ਵੀ ਨਹੀਂ ਜਾਰੀ ਹੋ ਸਕੀ ਸੂਚੀ। ਸੂਤਰਾਂ ਦੇ ਹਵਾਲੇ ਤੋਂ ਖਬਰ, ਟਿਕਟਾਂ ਨੂੰ ਲੈ ਕੇ ਵੱਡੇ ਲੀਡਰਾਂ 'ਚ ਨਹੀਂ ਬਣ ਰਹੀ ਸਹਿਮਤੀ। ਟਿਕਟਾਂ ਦੇ ਰੇੜਕੇ ਵਿਚਾਲੇ ਨਵਜੋਤ ਸਿੱਧੂ ਨੂੰ ਮਿਲੇ ਸਿੱਧੂ ਮੂਸੇਵਾਲਾ। ਮਾਨਸਾ ਤੋਂ ਟਿਕਟ ਦੀ ਦਾਅਵੇਦਾਰੀ ਨੂੰ ਲੈ ਕੇ ਹੋਈ ਚਰਚਾ। ਮੌਜੂਦਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਵੀ ਠੋਕੀ ਕਾਂਗਰਸ ਦੀ ਟਿਕਟ ਤੇ ਦਾਅਵੇਦਾਰੀ। ਸਿੱਧੂ ਮੂਸੇਵਾਲਾ ਤੇ ਚੁੱਕੇ ਸਵਾਲ। ਆਮ ਆਦਮੀ ਪਾਰਟੀ ਦਾ ਸੰਯੁਕਤ ਸਮਾਜ ਮੋਰਚੇ ਤੇ ਵੱਡਾ ਇਲਜ਼ਾਮ। ਕਿਹਾ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਤੋੜਨ ਲਈ ਸੰਯੁਕਤ ਸਮਾਜ ਮੋਰਚਾ ਦੇ ਰਿਹਾ ਪੈਸਿਆਂ ਦਾ ਲਾਲਚ। ਬੀਜੇਪੀ ਤੇ ਵੀ ਕੈਪਟਨ ਢੀਂਡਸਾ ਤੋਂ ਬਿਨਾਂ ਗੁਪਤ ਸਮਝੌਤੇ ਕਰਨ ਦੇ ਲਗਾਏ ਇਲਜ਼ਾਮ। ਸੰਯੁਕਤ ਕਿਸਾਨ ਮੋਰਚੇ ਦੀ ਅੱਜ ਅਹਿਮ ਬੈਠਕ। ਚੋਣਾਂ 'ਚ ਹਿੱਸਾ ਲੈ ਰਹੇ ਕਿਸਾਨ ਲੀਡਰਾਂ ਬਾਰੇ ਲਿਆ ਜਾ ਸਕਦਾ ਹੈ ਫੈਸਲਾ। ਅੱਗੇ ਦੀ ਰਣਨੀਤੀ ਤੇ ਵੀ ਹੋਏਗਾ ਮੰਥਨ। ਚੋਣਾਂ ਤੋਂ ਪਹਿਲਾਂ ਰਾਮ ਰਹੀਮ ਦੇ ਡੇਰਿਆਂ ਤੇ ਗੇੜੇ ਕੱਢਣ ਲੱਗੇ ਸਿਆਸਤਦਾਨ, ਪਰ ਡੇਰੇ ਨੇ ਅਜੇ ਤੱਕ ਪੂਰੀ ਤਰ੍ਹਾਂ ਨਹੀਂ ਖੋਲ੍ਹੇ ਆਪਣੇ ਪੱਤੇ। ਸਿਆਸੀ ਵਿੰਗ ਦੇ ਮੁਖੀ ਰਾਮ ਸਿੰਘ ਨੇ ਕੀਤਾ ਇਸ਼ਾਰਾ, ਉਮੀਦਵਾਰ ਨੂੰ ਦੇਖ ਕੇ ਹੋਏਗਾ ਸਮਰਥਨ। ਚੋਣਾਂ ਤੋਂ ਪਹਿਲਾਂ ਪੰਜਾਬ ਨੂੰ ਦਹਿਲਾਉਣ ਦੀ ਵੱਡੀ ਸਾਜ਼ਿਸ਼ ਨਾਕਾਮ। ਅੰਮ੍ਰਿਤਸਰ ਦੇ ਬਾਰਡਰ ਏਰੀਏ 'ਚੋਂ ਮਿਲਿਆ ਕਰੀਬ 5 ਕਿਲੋ ਆਈਈਡੀ। ਬਾਰਡਰ ਕੋਲੋਂ ਐਸਟੀਐਫ ਨੇ ਕੀਤੀ ਬਰਾਮਦਗੀ। ਪੰਜਾਬ 'ਚ ਹੋਰ ਤੇਜ਼ ਹੋਈ ਕੋਰੋਨਾ ਦੀ ਲਹਿਰ। 24 ਘੰਟਿਆਂ 'ਚ 21 ਮੌਤਾਂ, 7600 ਤੋਂ ਵੱਧ ਕੇਸ ਹੋਏ ਰਿਪੋਰਟ। ਲੁਧਿਆਣਾ ਸਭ ਤੋਂ ਵੱਡਾ ਕੋਵਿਡ ਹੌਟਸਪੌਟ। ਸਤਿ ਸ਼੍ਰੀ ਅਕਾਲ, ਮੈਂ ਅਰਸ਼ਦੀਪ ਸੰਧੂ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਦੇ ਨਾਲ। ਰੈਲੀਆਂ ਨੂੰ ਲੈ ਕੇ ਪਾਬੰਦੀ ਜਾਰੀ ਰਹਿ ਸਕਦੀ ਹੈ। ਕੋਵਿਡ ਦੇ ਵੱਧਦੇ ਪ੍ਰਕੋਪ ਦੇ ਨਾਲ ਇਹ ਫੈਸਲਾ ਲਿਆ ਜਾ ਸਕਦਾ ਹੈ। ਚੋਣ ਕਮਿਸ਼ਨ ਦੀ ਅੱਜ ਅਹਿਮ ਬੈਠਕ ਹੋਣ ਜਾ ਰਹੀ ਹੈ। ਕੋਵਿਡ ਸਮੀਖਿਆ ਬੈਠਕ ਹੋਏਗੀ। ਪਹਿਲਾਂ 15 ਜਨਵਰੀ ਤੱਕ ਪਾਬੰਦੀ ਲਗਾਈ ਗਈ ਸੀ, ਅੱਜ 15 ਜਨਵਰੀ ਹੈ ਤੇ ਦੇਸ਼ ਦੀਆਂ ਕਈ ਪਾਰਟੀਆਂ ਦੇ ਵੱਲੋਂ ਇਸ ਫੈਸਲੇ ਨੂੰ ਮੁੜ ਵਿਚਾਰਨ ਦੀ ਮੰਗ ਕੀਤੀ ਗਈ ਹੈ। ਅਕਾਲੀ ਦਲ ਨੇ ਵੀ ਚਿੱਠੀ ਭੇਜੀ ਸੀ, ਇਲੈਕਸ਼ਨ ਕਮਿਸ਼ਨ ਨੂੰ ਚਿੱਠੀ ਭੇਜ ਕੇ ਅਪੀਲ ਕੀਤੀ ਕਿ ਰੈਲੀਆਂ ਸ਼ੁਰੂ ਕੀਤੀਆਂ ਜਾਣ, ਰੈਲੀਆਂ ਸ਼ੁਰੂ ਕਰਨ ਦੀ ਇਜਾਜ਼ਤ ਮੰਗੀ ਹੈ। ਦਰਅਸਲ ਪੰਜਾਬ ਸਮੇਤ 5 ਸੂਬਿਆਂ ਦੀਆਂ ਚੋਣਾਂ ਦਾ ਐਲਾਨ ਕਰਦੇ ਹੋਏ ਚੋਣ ਕਮਿਸ਼ਨ ਨੇ 15 ਜਨਵਰੀ ਤੱਕ ਸਾਰੇ ਤਰ੍ਹਾਂ ਦੀਆਂ ਰੈਲੀਆਂ ਤੇ ਰੋਕ ਲਗਾ ਦਿੱਤੀ ਸੀ, ਰੋਡ ਸ਼ੋਅ ਤੇ ਰੋਕ ਲਗਾ ਦਿੱਤੀ ਸੀ ਤੇ ਸਿਰਫ ਵਰਚੁਅਲ ਕੈਂਪੇਨ ਦੀ ਇਜਾਜ਼ਤ ਦਿੱਤੀ ਗਈ ਸੀ ਜਾਂ ਫਿਰ ਡੋਰ ਟੂ ਡੋਰ ਜਿਹੜੀ ਕੈਂਪੇਨ ਹੈ 5 ਵਿਅਕਤੀ ਉਸ ਦੇ ਵਿੱਚ ਹੋ ਸਕਦੇ ਨੇ, ਇਸ ਦੀ ਇਜਾਜ਼ਤ ਦਿੱਤੀ ਗਈ ਸੀ। ਤਾਂ ਹੁਣ ਅੱਜ ਇਸ ਤੇ ਮੁੜ ਵਿਚਾਰ ਹੋਏਗਾ, ਲੇਕਿਨ ਕਿਉਂਕਿ ਕੋਵਿਡ ਦੇ ਕੇਸਿਸ ਵੱਧਦੇ ਜਾ ਰਹੇ ਨੇ ਤਾਂ ਉਮੀਦ ਇਹੀ ਕੀਤੀ ਜਾ ਰਹੀ ਹੈ ਕਿ ਪਾਬੰਦੀ ਜਾਰੀ रहेगी। रवि मिश्रा ਸਾਡੇ सहयोगी दिल्ली तो जुड़े ने और जानकारी के लिए। रवि, क्या कुछ जानकारी है, क्या उम्मीद लग रही है कि पाबंदी हटेगी या फिर पाबंदियां जारी रहेंगी? जी बिल्कुल, देखिए बीते कुछ दिन पहले चुनाव आयोग ने तमाम 5 राज्यों में होने वाले चुनाव की तारीखों की घोषणा की थी और घोषणा के दौरान उन्होंने ये भी एक बड़ी महत्वपूर्ण बात ये बताई कि 14 जनवरी 15 जनवरी तक ये जो रैलियां हैं, पदयात्रा हैं, लगे रहने देना है या फिर हटा देना है, क्योंकि लगातार कोविड के जो बढ़ते मामलों को देखते हुए चुनाव आयोग ने ये कहा था कि समय पर चुनाव कराना और ढंग से चुनाव कराना, तमाम सुविधाओं के साथ चुनाव कराना उनकी प्राथमिक ये स्थिति है और इस स्थिति पर उनको कायम रहना है और चुनाव कराना है। मगर ये जो बढ़ते कोविड के केसेस हैं उनको देखते हुए चुनाव आयोग काफी सतर्क और सचेत नजर आ रहा है और देखना ये होगा कि आज की रिव्यू मीटिंग के बाद क्या चुनाव आयोग एक बड़ा फैसला ले सकता है। इन बंदिशों पर, पाबंदियों पर मंजूरी बनी रहेगी या फिर इन्हें हटा दिया जाएगा, ये देखना होगा। काफी महत्वपूर्ण मीटिंग होगी आज। जी जी, शुक्रिया रवि पूरी जानकारी के लिए। तो चोण कमिशन की बैठक होएगी, समीक्षा की जाएगी कोविड हालातों को लेकर, लेकिन कोविड के मामले लगातार ਵਧਦੇ ਜਾ ਰਹੇ ਨੇ। ਇਸ ਵਿਚਾਲੇ ਜਿਹੜਾ ਸਿਲਸਿਲਾ ਹੈ ਕੇਸਿਸ ਦਾ ਉਹ ਲਗਾਤਾਰ ਵਧਦਾ ਜਾ ਰਿਹਾ ਹੈ ਤਾਂ ਇਸ ਵਿਚਾਲੇ ਉਮੀਦ ਇਹੀ ਕੀਤੀ ਜਾ ਰਹੀ ਹੈ ਕਿ ਸ਼ਾਇਦ ਪਾਬੰਦੀਆਂ ਜੋ ਨੇ ਉਹ ਜਾਰੀ ਰਹਿਣਗੀਆਂ। ਲੇਕਿਨ
सियासी पार्टियां ਦੇ ਲਈ ਇੱਕ ਚੁਣੌਤੀ ਵੱਡੀ ਹੋ ਗਈ ਹੈ। ਵਰਚੁਅਲ ਪ੍ਰਚਾਰ ਜਾਂ ਫਿਰ ਡੋਰ ਟੂ ਡੋਰ ਸਿਰਫ 5 ਵਿਅਕਤੀਆਂ ਨਾਲ ਪ੍ਰਚਾਰ। ਅਕਾਲੀ ਦਲ ਖਾਸ ਕਰਕੇ ਪੰਜਾਬ ਦੇ ਵਿੱਚ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਪੋਸੀਬਲ ਨਹੀਂ ਹੈ ਕੈਂਡੀਡੇਟਸ ਦੇ ਲਈ ਇਸ ਤਰੀਕੇ ਦੇ ਨਾਲ ਪ੍ਰਚਾਰ ਕਰਨਾ, ਬਹੁਤ ਸਾਰੇ ਲੋਕਾਂ ਤੱਕ ਪਹੁੰਚ ਕਰਨਾ। ਇਸ ਕਰਕੇ ਰੈਲੀਆਂ ਨੂੰ ਮਨਜ਼ੂਰੀ ਦਿੱਤੀ ਜਾਏ। ਕਈ ਹੋਰ ਸਿਆਸੀ ਪਾਰਟੀਆਂ ਵੀ ਚੋਣ ਕਮਿਸ਼ਨ ਦੇ ਕੋਲ ਇਹ ਮੰਗ ਚੁੱਕੀਆਂ ਨੇ, ਲੇਕਿਨ ਇਸ ਵਿਚਾਲੇ ਅੱਜ ਦੀ ਕੋਵਿਡ ਰਿਵਿਊ ਮੀਟਿੰਗ ਦੇ ਉੱਤੇ ਨਜ਼ਰ ਬਣੀ ਰਹੇਗੀ ਚੋਣ ਕਮਿਸ਼ਨ ਕੀ ਫੈਸਲਾ ਲੈਂਦਾ ਹੈ। ਤਾਂ ਅਕਾਲੀ ਦਲ ਰੈਲੀਆਂ ਤੇ ਰੋਕ ਹਟਾਉਣ ਦੀ ਮੰਗ ਕਰ ਰਿਹਾ ਹੈ, ਤਾਂ ਉਧਰ ਭਗਵੰਤ ਮਾਨ ਦਾ ਦਾਅਵਾ ਹੈ ਕਿ ਅਕਾਲੀ ਦਲ ਕੋਲ ਅਸਲ ਦੇ ਵਿੱਚ ਡੋਰ ਟੂ ਡੋਰ ਜਾ ਕੇ ਪ੍ਰਚਾਰ ਕਰਨ ਵਾਲੇ ਵਰਕਰ ਹੀ ਨਹੀਂ ਹਨ। ਪਿੰਡਾਂ 'ਚ ਜਾਣ ਨੂੰ ਕੋਈ ਵਲੰਟੀਅਰ ਤਾਂ ਹੈ ਨਹੀਂ, ਉਹ ਰੈਲੀਆਂ ਕਰਦੇ ਆ, ਉਹ ਵੀ ਜਿਹੜੀਆਂ ਜਿਵੇਂ ਉਹਨੂੰ ਕਰਦੇ ਨੇ, ਬੱਸਾਂ ਭਰ ਲਿਆਉਂਦੇ ਨੇ, ਕੀ ਲਾਲਚ ਦੇ ਕੇ ਲਿਆਉਂਦੇ ਨੇ, ਉਹ ਉਹਨਾਂ ਦੀਆਂ ਬੰਦ ਹੋ ਗਈਆਂ। ਆਮ ਆਦਮੀ ਪਾਰਟੀ ਤਾਂ ਰੋਡ ਆਪਣਾ ਡੋਰ ਟੂ ਡੋਰ ਦੀ ਸਪੈਸ਼ਲਿਸਟ ਹੈ। ਅਸੀਂ ਤਾਂ ਸ਼ੁਰੂ ਕੀਤਾ ਸੀ ਦਿੱਲੀ 'ਚ ਇਹ ਕੰਮ, ਸੋ ਸਾਡੇ ਲਈ ਤਾਂ ਕੋਈ ਪ੍ਰੋਬਲਮ ਨਹੀਂ ਹੈ। ਸਾਡੀਆਂ ਫੌਜਾਂ ਤਾਂ ਲੱਗੀਆਂ ਹੋਈਆਂ ਨੇ, ਸੋਸ਼ਲ ਮੀਡੀਆ 'ਤੇ ਅਸੀਂ ਬਹੁਤ ਐਕਟਿਵ ਹਾਂ, ਜਨੂਨੀ ਨੇ ਸਾਡੇ ਜਿਹੜੇ ਭਮੱਕੜ ਨੇ। ਸੋ ਇਸ ਕਰਕੇ ਹਾਂ, ਅੱਗੇ ਉਮੀਦ ਕਰਦੇ ਹਾਂ ਕੱਲ੍ਹ ਨੂੰ ਕਿ ਜੇ ਇਲੈਕਸ਼ਨ ਕਮਿਸ਼ਨ ਥੋੜ੍ਹੀ ਜਿਹੀ ਢਿੱਲ ਦੇ ਰੈਲੀਆਂ ਕੋਵਿਡ ਦੀਆਂ ਗਾਈਡਲਾਈਨਸ ਦੇ ਮੁਤਾਬਕ ਹੋ ਜਾਣ ਤਾਂ ਅਸੀਂ ਵੀ ਸ਼ੁਰੂ ਕਰ ਲਾਂਗੇ। ਅੱਗੇ ਵਧਦੇ ਹਾਂ। ਸੰਯੁਕਤ ਕਿਸਾਨ ਮੋਰਚੇ ਦੀ ਅੱਜ ਅਹਿਮ ਬੈਠਕ ਹੋਣ ਜਾ ਰਹੀ ਹੈ। 15 ਜਨਵਰੀ ਦੀ ਬੈਠਕ ਪਹਿਲਾਂ ਹੀ ਤੈਅ ਸੀ ਜਦ ਕਿਸਾਨਾਂ ਨੇ ਵਾਪਸੀ ਕੀਤੀ ਸੀ ਬਾਰਡਰ ਤੋਂ, ਸਿੰਘੂ ਬਾਰਡਰ ਤੋਂ, ਟਿਕਰੀ ਬਾਰਡਰ ਤੋਂ, ਗਾਜ਼ੀਪੁਰ ਬਾਰਡਰ ਤੋਂ। ਅੱਜ ਇਹ ਪਹਿਲੀ ਬੈਠਕ ਹੈ ਕਿਸਾਨ ਮੋਰਚਾ ਖਤਮ ਹੋਣ ਤੋਂ ਬਾਅਦ। ਸਿੰਘੂ ਬਾਰਡਰ ਤੇ ਇਹ ਮੀਟਿੰਗ ਹੋਣ ਜਾ ਰਹੀ ਹੈ। ਸਾਰੇ ਕਿਸਾਨ ਨੇਤਾ ਇਸ ਮੀਟਿੰਗ 'ਚ ਸ਼ਾਮਲ ਹੋਣਗੇ ਤੇ ਬਾਕੀ ਬਚੀਆਂ ਮੰਗਾਂ ਨੂੰ ਲੈ ਕੇ ਰਣਨੀਤੀ ਘੜੀ ਜਾਏਗੀ, ਸਮੀਖਿਆ ਕੀਤੀ ਜਾਏਗੀ। ਸਿਆਸਤ 'ਚ ਉਤਰਨ ਵਾਲੇ ਕਿਸਾਨਾਂ ਤੇ ਵੀ ਫੈਸਲਾ ਲਿਆ ਜਾ ਸਕਦਾ ਹੈ। ਇੰਟਰਸਟਿੰਗ ਇਹ ਹੋਏਗਾ ਵੇਖਣਾ ਕਿ ਜਿਹੜੀਆਂ ਜਥੇਬੰਦੀਆਂ ਜਿਨ੍ਹਾਂ ਨੇ ਫੈਸਲਾ ਲਿਆ ਹੈ ਚੋਣਾਂ 'ਚ ਉਤਰਨ ਦਾ, ਉਹਨਾਂ ਦੇ ਕਿਹੜੇ ਆਗੂ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੁੰਦੇ ਨੇ, ਕਿਉਂਕਿ ਸੰਯੁਕਤ ਕਿਸਾਨ ਮੋਰਚੇ ਨੇ ਸੰਯੁਕਤ ਸਮਾਜ ਮੋਰਚੇ ਤੋਂ ਜਾਂ ਫਿਰ ਚੋਣਾਂ ਦੇ ਵਿੱਚ ਉਤਰਨ ਵਾਲੀਆਂ ਜਥੇਬੰਦੀਆਂ ਤੋਂ ਇੱਕ ਤਰੀਕੇ ਦੇ ਨਾਲ ਵੱਖਰੇਵਾਂ ਕੀਤਾ ਹੈ। ਅਜਿਹੇ ਦੇ ਵਿੱਚ ਕਾਫੀ ਇੰਪੋਰਟੈਂਟ ਮੀਟਿੰਗ ਹੋ ਜਾਂਦੀ ਹੈ। ਸਿਆਸਤ 'ਚ ਉਤਰਨ ਵਾਲੀਆਂ ਜਥੇਬੰਦੀਆਂ ਨੂੰ ਲੈ ਕੇ ਵੀ, ਆਗੂਆਂ ਨੂੰ ਲੈ ਕੇ ਵੀ ਫੈਸਲਾ ਲਿਆ ਜਾ ਸਕਦਾ ਹੈ। ਕਿਸਾਨ ਮੋਰਚੇ ਦੀ, ਸੰਯੁਕਤ ਕਿਸਾਨ ਮੋਰਚੇ ਦੀ ਅੱਜ ਅਹਿਮ ਬੈਠਕ ਹੋਣ ਜਾ ਰਹੀ ਹੈ। ਜਦ ਤੋਂ ਕਿਸਾਨ ਮੋਰਚਾ ਖਤਮ ਹੋਇਆ ਹੈ ਜਾਂ ਕਹੀਏ ਕਿ ਸਸਪੈਂਡ ਹੋਇਆ ਹੈ, ਦਿੱਲੀ ਦੇ ਬਾਰਡਰਾਂ ਤੋਂ ਕਿਸਾਨਾਂ ਦੀ ਵਾਪਸੀ ਹੋਈ ਹੈ, ਉਸ ਤੋਂ ਬਾਅਦ ਇਹ ਪਹਿਲੀ ਮੀਟਿੰਗ ਹੈ ਸੰਯੁਕਤ ਕਿਸਾਨ ਮੋਰਚੇ ਦੀ। ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਦੇਸ਼ ਦੀਆਂ ਤਕਰੀਬਨ 500 ਦੇ ਆਸ-ਪਾਸ ਜਥੇਬੰਦੀਆਂ ਸ਼ਾਮਲ ਨੇ, ਉਸ ਦੇ ਵਿੱਚ ਪੰਜਾਬ ਦੀਆਂ ਜਥੇਬੰਦੀਆਂ ਵੀ ਨੇ ਤੇ ਪੰਜਾਬ ਦੀਆਂ ਕੁਝ ਜਥੇਬੰਦੀਆਂ ਨੇ ਫੈਸਲਾ ਲਿਆ ਹੈ ਚੋਣਾਂ ਦੇ ਵਿੱਚ ਉਤਰਨ ਦਾ। ਉਹਨਾਂ ਨੂੰ ਲੈ ਕੇ ਵੀ ਕੋਈ ਫੈਸਲਾ हो सकता है इस बैठक दे विच। नितिन अंतिल साडे सहयोगी होर जानकारी दे लई जुड़े ने। नितिन, कितने बजे की मीटिंग रखी गई है और क्या जो पंजाब की जो नेता हैं जिन्होंने चुनाव में शामिल होने का, चुनाव लड़ने का फैसला लिया है, क्या वो भी शामिल होंगे? जी बिल्कुल, मैं आपको जानकारी दे दूं। जिस तरह से जो किसान आंदोलन को स्थगित किया गया था, उसी समय ऐलान कर दिया गया था कि अगली बैठक 15 जनवरी को होनी है, तो उसी के तहत आज बैठक रखी गई है। और सोनीपत जो कोटली सिंघू बॉर्डर पर जो किसान आंदोलन ऑफिस बनाया गया था, उसी जगह पर करीब 12 बजे यह बैठक शुरू होगी। हालांकि अभी तक जानकारी ये नहीं मिल पाएगी कौन कौन से नेता शामिल होंगे, लेकिन जो किसान नेताओं से बात हुई उनका यही कहना था कि सभी किसान नेता इसमें शामिल रहेंगे। लेकिन जो संयुक्त किसान मोर्चा का पहले ही ऐलान था कि वो ना तो कोई चुनाव लड़ेंगे और ना ही चुनाव लड़ने वाले नेताओं को वो साथ देंगे, तो कहीं ना कहीं ये बात जरूर हो सकती है कि जो किसान नेता इसमें चुनाव लड़ रहे हैं वो शामिल ना हो। लेकिन 12 बजे तक सभी किसान नेता बैठक में पहुंच जाएंगे और 12 बजे बैठक शुरू हो जाएगी। और मेन एजेंडे जो सबसे पहले एजेंडा तो यही रहने वाला है कि जो चुनाव ना लड़ने की बात हुई थी उस पर जो तथ्य रखे जाएंगे, और उसके साथ ही जो लखीमपुर की वारदात है उसको लेकर जो बैठक है वो भी जो बात रखी जाएगी। उसके साथ साथ जो मुकदमे तो वापिस हो गए हैं, लेकिन जो मुआवजे की बात थी जो अभी तक नहीं दिया गया है उसको लेकर जो बात रखी जाएगी। और जो किसान नेता हैं वो सभी के सभी बैठक में शामिल होंगे और क्या कुछ निकल कर आता है 2-3 घंटे के बाद ही जो स्पष्ट हो जाएगा। जी जी, शुक्रिया नितिन पूरी जानकारी के लिए।
ਅੱਜ ਸੰਯੁਕਤ ਕਿਸਾਨ ਮੋਰਚੇ ਦੀ ਅਹਿਮ ਬੈਠਕ ਹੈ, ਜਿੱਥੇ ਬਾਕੀ ਬਚੀਆਂ ਮੰਗਾਂ ਨੂੰ, ਖੇਤੀ ਕਾਨੂੰਨਾਂ ਦੇ ਇਲਾਵਾ ਜੋ ਬਾਕੀ ਮੰਗਾਂ ਬਚੀਆਂ ਸੀ ਜਿਨ੍ਹਾਂ ਨੂੰ ਲੈ ਕੇ ਕੁਝ ਸਹਿਮਤੀ ਵੀ ਬਣੀ ਸੀ, ਉਹਨਾਂ ਨੂੰ ਲੈ ਕੇ ਸਮੀਖਿਆ ਕੀਤੀ ਜਾਏਗੀ। ਇੱਕ ਅਹਿਮ ਬੈਠਕ ਹੈ। ਨਾਲ ਹੀ ਚੋਣਾਂ ਲੜਨ ਵਾਲੇ ਆਗੂਆਂ ਤੇ ਜਥੇਬੰਦੀਆਂ ਤੇ ਵੀ ਫੈਸਲਾ ਲਿਆ ਜਾ ਸਕਦਾ ਹੈ। ਉਧਰ ਆਮ ਆਦਮੀ ਪਾਰਟੀ ਨੇ ਸੰਯੁਕਤ ਸਮਾਜ ਮੋਰਚਾ ਤੇ ਗੰਭੀਰ ਇਲਜ਼ਾਮ ਲਗਾਏ ਨੇ। ਪੈਸੇ ਦੇ ਲਾਲਚ ਨਾਲ ਵਰਕਰਾਂ ਨੂੰ ਭਰਮਾਉਣ ਦੇ ਇਲਜ਼ਾਮ ਲਾਏ ਨੇ। ਸਿਰਫ ਸੰਯੁਕਤ ਸਮਾਜ ਮੋਰਚਾ ਤੇ ਨਹੀਂ, ਸਗੋਂ ਬੀਜੇਪੀ ਨੂੰ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਖੜਾ ਕੀਤਾ ਹੈ। ਗੱਠਜੋੜ ਦੀ ਗੱਲਬਾਤ ਨਾ ਬਣਨ ਤੋਂ ਬਾਅਦ ਸੰਯੁਕਤ ਸਮਾਜ ਮੋਰਚਾ ਤੇ ਆਮ ਆਦਮੀ ਪਾਰਟੀ ਵਿੱਚ ਠਣ ਗਈ ਹੈ। ਆਪ ਦੇ ਵਿਧਾਇਕ ਮੀਤ ਹੈਰ ਨੇ ਇਲਜ਼ਾਮ ਲਗਾਇਆ ਕਿ ਉਹਨਾਂ ਦੇ ਆਗੂਆਂ ਨੂੰ ਮੋਰਚੇ ਦੇ ਵੱਲੋਂ ਆਪਣੇ ਪੈਸੇ ਤੇ ਚੋਣ ਲੜਵਾਉਣ ਦਾ ਲਾਲਚ ਦਿੱਤਾ ਜਾ ਰਿਹਾ ਹੈ। ਆਪ ਨੇ ਪਾਰਟੀ ਦੇ ਆਗੂ ਜਸਪ੍ਰੀਤ ਸਿੰਘ ਨੂੰ ਸਬੂਤ ਦੇ ਤੌਰ ਤੇ ਪੇਸ਼ ਕੀਤਾ, ਜਿਸ ਨੇ ਇਹ ਗੱਲ ਕਬੂਲੀ ਹੈ ਕਿ ਉਹਨਾਂ ਨੂੰ ਮੋਰਚੇ ਵੱਲੋਂ ਚੋਣ ਲੜਨ ਦਾ ਲਾਲਚ ਦਿੱਤਾ ਗਿਆ। ਐਸਐਸਐਮ ਦੀ ਲੀਡਰਸ਼ਿਪ ਨੂੰ ਰਾਜੇਵਾਲ ਸਾਹਿਬ ਦਾ ਜਿਹੜਾ ਫਰੰਟ ਹੈ ਉਹਨਾਂ ਨੂੰ ਇਹ ਕਲੀਅਰ ਕਰਨੀ ਚਾਹੀਦੀ ਹੈ ਵੀ ਭਾਈ ਜਿਹੜਾ ਇੰਨਾ ਪੈਸਾ ਆ ਰਿਹਾ ਹੈ, ਜਿਹੜਾ ਤੁਸੀਂ ਸਾਡੇ ਵਰਕਰਸ ਨੂੰ ਕਹਿਣਾ ਵੀ ਤੁਹਾਡੀ ਇਲੈਕਸ਼ਨ ਲੜਾਂਗੇ, ਸਾਰਾ ਕੁਝ ਦੇਵਾਂਗੇ, ਇਹ ਪਿੱਛੋਂ ਦੇ ਕੌਣ ਰਿਹਾ? ਆਮ ਆਦਮੀ ਪਾਰਟੀ ਦੇ ਵਲੰਟੀਅਰਸ ਨੂੰ ਇੱਥੋਂ ਤੱਕ ਪੇਸ਼ਕਸ਼ ਕੀਤੀ ਗਈ ਕਿ ਤੁਹਾਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਏਗਾ, ਚਾਹੇ ਉਹ ਕਿਸੇ ਤਰ੍ਹਾਂ ਦਾ ਵੀ ਹੋਵੇ, ਧਨ ਦਾ, ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਕਰਨ ਦੀ ਲੋੜ ਨਹੀਂ। ਸਿਰਫ ਇੰਨਾ ਹੀ ਨਹੀਂ, ਆਮ ਆਦਮੀ ਪਾਰਟੀ ਦਾ ਦਾਅਵਾ ਹੈ ਕਿ ਆਮ ਆਦਮੀ ਪਾਰਟੀ ਦੇ ਵੋਟ ਵੰਡਣ ਦੇ ਬੀਜੇਪੀ ਅਸਿੱਧੇ ਤੌਰ ਤੇ ਕਿਸਾਨ ਸਮਾਜ ਮੋਰਚੇ ਨੂੰ ਫੰਡਿੰਗ ਕਰ ਰਹੀ ਹੈ। ਉਧਰ ਕਿਸਾਨਾਂ ਨੇ ਆਪ ਦੇ ਦਾਅਵੇ ਤੇ ਪਲਟਵਾਰ ਕੀਤਾ। ਸਾਰੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਹੈ, ਬੀਜੇਪੀ ਚਾਹੁੰਦੀ ਹੈ ਕਿ ਆਮ ਆਦਮੀ ਪਾਰਟੀ ਦੀ ਵੋਟ ਹੈ ਜਿਹੜੀ ਡਿਵਾਈਡ ਹੋਵੇ, ਕਿਸ ਤਰ੍ਹਾਂ ਇਹਨਾਂ ਨੂੰ ਮੈਜੋਰਟੀ ਤੋਂ ਰੋਕਿਆ ਜਾਵੇ। ਕਿਸੇ ਵੀ ਪਾਰਟੀ ਤੋਂ ਦਲ ਬਦਲ ਕੇ ਸਾਡੇ ਕੋਲ ਟਿਕਟ ਲਈ ਆਏਗਾ ਤਾਂ ਇਸ ਟ੍ਰੈਂਡ ਤੋਂ ਡਿਸਕਰੇਜ ਲਈ ਕਰਨ ਲਈ ਅਸੀਂ ਬੈਠੇ ਹਾਂ। ਉਹਨਾਂ ਨੂੰ ਕਿਸੇ ਨੂੰ ਮੂੰਹ ਨਹੀਂ ਲਾਵਾਂਗੇ ਅਸੀਂ, ਭਾਵੇਂ ਜਿੰਨਾ ਕੋਈ ਹੋਵੇ ਮਰਜ਼ੀ। ਹਾਲਾਂਕਿ ਬੀਜੇਪੀ ਨਾਲ ਗੱਠਜੋੜ ਵਿੱਚ ਚੋਣ ਲੜ ਰਹੀ ਅਕਾਲੀ ਦਲ ਸੰਯੁਕਤ ਨੂੰ ਵੀ ਇਹ ਮੋਰਚੇ ਦੇ ਮੈਦਾਨ ਵਿੱਚ ਉਤਰਨ ਤੇ ਸਿਆਸੀ ਨੁਕਸਾਨ ਨਜ਼ਰ ਆ ਰਿਹਾ ਹੈ। ਦੇਖੋ, ਅੱਜ ਤਾਂ ਕੁਝ ਵੀ ਕਹਿਣਾ ਸੰਭਵ ਨਹੀਂ, ਕਿਹਦੇ ਨਾਲ ਮੁਕਾਬਲਾ ਹੈ। ਹਾਂ, ਕਿਸਾਨ ਜ਼ਰੂਰ ਨੁਕਸਾਨ ਪਹੁੰਚਾਉਣਗੇ, ਸਾਨੂੰ ਵੀ ਪਹੁੰਚਾਉਣਗੇ, ਬਾਕੀ ਪਾਰਟੀਆਂ ਨੂੰ ਵੀ ਪਹੁੰਚਾਉਣਗੇ। ਜਿੱਥੇ ਜਿੱਥੇ ਕਿਸਾਨੀ ਵੋਟ ਹੈ ਉੱਥੇ ਪ੍ਰਭਾਵਿਤ ਹੋਣਗੇ ਹੀ ਹੋਣਗੇ। ਇਸ ਤੋਂ ਪਹਿਲਾਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀ ਦਾਅਵਾ ਕੀਤਾ ਸੀ ਕਿ ਸੰਯੁਕਤ ਸਮਾਜ ਮੋਰਚੇ ਦੇ ਮੈਦਾਨ ਦੇ ਵਿੱਚ ਉਤਰਨ ਦੇ ਨਾਲ ਉਹਨਾਂ ਨੂੰ ਨੁਕਸਾਨ ਹੋ ਸਕਦਾ ਹੈ। ਜਦਕਿ ਰਾਘਵ ਚੱਡਾ ਨੇ ਇਸ਼ਾਰਿਆਂ ਵਿੱਚ ਮੋਰਚੇ ਤੇ ਨਿਸ਼ਾਨਾ ਲਗਾਉਂਦੇ ਹੋਏ ਇਲਜ਼ਾਮ ਲਗਾਇਆ ਸੀ ਕਿ ਚੋਣ ਕਮਿਸ਼ਨ ਵੱਲੋਂ ਬੀਜੇਪੀ ਦੇ ਇਸ਼ਾਰੇ ਤੇ ਪਾਰਟੀ ਦੇ ਰਜਿਸਟ੍ਰੇਸ਼ਨ ਦਾ ਸਮਾਂ 30 ਤੋਂ ਘਟਾ ਕੇ 7 ਦਿਨ ਦਾ ਕਰ ਦਿੱਤਾ ਗਿਆ ਤਾਂ ਕਿ ਸੰਯੁਕਤ ਸਮਾਜ ਮੋਰਚੇ ਨੂੰ ਉਹਨਾਂ ਖਿਲਾਫ ਖੜਾ ਕੀਤਾ ਜਾ ਸਕੇ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਉਧਰ ਸੰਯੁਕਤ ਸਮਾਜ ਮੋਰਚੇ ਦੇ ਵੱਲੋਂ ਉਮੀਦਵਾਰਾਂ ਦੀ ਦੂਸਰੀ ਲਿਸਟ ਜਾਰੀ ਕਰਨ ਦੀ ਤਿਆਰੀ ਹੈ। ਮੋਰਚੇ ਦੇ ਮੁਤਾਬਕ 16 ਜਨਵਰੀ ਯਾਨੀ ਕਿ ਕੱਲ ਨੂੰ ਸਾਰੇ ਉਮੀਦਵਾਰ ਐਲਾਨ ਦਿੱਤੇ ਜਾਣਗੇ। ਸੰਯੁਕਤ ਸਮਾਜ ਮੋਰਚਾ ਹੁਣ ਪੂਰੀ ਤਰ੍ਹਾਂ ਚੋਣ ਮੂਡ ਦੇ ਵਿੱਚ ਨਜ਼ਰ ਆ ਰਿਹਾ ਹੈ। ਮੋਰਚੇ ਨੇ ਦਾਅਵਾ ਕੀਤਾ ਹੈ ਕਿ 117 ਸੀਟਾਂ ਦੇ ਲਈ ਉਹਨਾਂ ਦੇ ਕੋਲ 1200 ਤੋਂ ਵੱਧ ਅਰਜ਼ੀਆਂ ਆਈਆਂ ਹੋਈਆਂ ਨੇ, ਜਿਸ ਦੇ ਵਿੱਚ ਸਿੱਖਿਆ ਦੇ ਨਾਲ ਜੁੜੇ ਲੋਕ ਸਭ ਤੋਂ ਵੱਧ ਨੇ। ਪਰ ਸਾਰੀਆਂ ਅਰਜ਼ੀਆਂ ਦੀ ਜਾਂਚ ਤੋਂ ਬਾਅਦ ਉਹ ਅਗਲੇ 2 ਦਿਨਾਂ ਦੇ ਅੰਦਰ ਉਮੀਦਵਾਰਾਂ ਦੀ ਵੱਡੀ ਲਿਸਟ ਜਾਰੀ ਕਰਨਗੇ। ਅਸੀਂ ਪਰਸੋਂ ਲਿਸਟ ਜਾਰੀ ਕਰਾਂਗੇ, ਕਾਫੀ ਵੱਡੀ 16 ਤਰੀਕ ਨੂੰ ਪਰਸੋਂ ਜਾਰੀ ਕਰਾਂਗੇ, ਕਿਉਂਕਿ ਅੱਜ ਜਿਹੜੀਆਂ ਐਪਲੀਕੇਸ਼ਨ ਆਈਆਂ ਸਕਰੂਟਨੀ ਹੋ ਰਹੀ ਹੈ। ਅੱਜ ਰਾਤ ਨੂੰ ਬੈਠਾਂਗੇ, ਕੱਲ ਨੂੰ ਬੈਠਾਂਗੇ, ਬੈਸਟ ਉਮੀਦਵਾਰ ਤੁਹਾਨੂੰ ਪੇਸ਼ ਕਰਾਂਗੇ ਜਿਸ ਤਰ੍ਹਾਂ ਪਹਿਲੀ ਲਿਸਟ ਪੇਸ਼ ਕੀਤੇ। ਪਹਿਲੀ ਲਿਸਟ ਦੇਖੋ ਕਿੰਨੇ 2-3 ਤਾਂ ਐਡਵੋਕੇਟਸ ਨੇ, ਪ੍ਰੋਫੈਸਰ ਨੇ, ਡਾਕਟਰ ਨੇ, ਇਹੋ ਜਿਹੀ ਕੋਈ ਪਾਰਟੀ ਪੇਸ਼ ਤਾਂ ਕਰਕੇ ਦਿਖਾਵੇ ਨਾ। ਉਧਰ ਸੰਯੁਕਤ ਸਮਾਜ ਮੋਰਚੇ ਨੇ ਸਾਫ਼ ਕੀਤਾ ਹੈ ਕਿ ਗੁਰਨਾਮ ਸਿੰਘ ਚੜੂਨੀ ਦੇ ਨਾਲ ਕੋਈ ਮਤਭੇਦ ਨਹੀਂ ਹੈ ਅਤੇ ਉਹ ਕਿਸੇ ਵੀ ਹਾਲਾਤ ਦੇ ਵਿੱਚ ਕਿਸਾਨਾਂ ਦੀ ਵੋਟ ਵੰਡਣ ਨਹੀਂ ਦੇਣਗੇ। 32 ਜਥੇਬੰਦੀਆਂ ਸੀ ਉੱਥੇ, ਉਹਨਾਂ ਦੇ ਵਿੱਚ ਵੀ ਬੜੀ ਬਹਿਸ ਹੁੰਦੀ ਸੀ। ਬਹਿਸ ਕਰਕੇ ਅਸੀਂ ਇੱਕ ਫੈਸਲਾ ਕਰਕੇ ਉੱਠਦੇ ਸੀ, ਉਹ ਹੋ ਜਾਂਦਾ ਸੀ। ਹੁਣ ਸਾਡੇ ਵਿੱਚ ਚੱਲ ਰਹੀ ਹੈ, ਕੋਈ ਐਸੀ ਗੱਲ ਨਹੀਂ ਹੈ। ਅੱਜ ਹੋਈ ਕਿ ਕੱਲ ਹੋਈ ਤੁਹਾਡੇ ਸਾਹਮਣੇ ਆ ਜਾਏਗੀ। ਇਕੱਠੀ ਪ੍ਰੈਸ ਕਾਨਫਰੰਸ ਕਰਾਂਗੇ, ਇਕੱਠੇ ਲੜਾਂਗੇ, ਕਿਸਾਨਾਂ ਦੀ ਵੋਟ ਡਿਵਾਈਡ ਨਹੀਂ ਹੋਣ ਦੇਵਾਂਗੇ। ਕਿਸਾਨ ਜਥੇਬੰਦੀਆਂ ਦੇ ਚੋਣ ਮੈਦਾਨ ਦੇ ਵਿੱਚ ਉਤਰਨ ਤੋਂ ਬਾਅਦ ਪੰਜਾਬ ਦਾ ਸਿਆਸੀ ਸਮੀਕਰਨ ਪੂਰੀ ਤਰ੍ਹਾਂ ਦੇ ਨਾਲ ਬਦਲ ਗਿਆ। ਸੰਯੁਕਤ ਸਮਾਜ ਮੋਰਚੇ ਦੇ ਨਾਲ ਨੁਕਸਾਨ ਕਿਸ ਨੂੰ ਹੋਵੇਗਾ, ਇਸ ਦਾ ਹਿਸਾਬ ਕਿਤਾਬ ਵੀ ਸ਼ੁਰੂ ਹੋ ਗਿਆ। ਸਭ ਤੋਂ ਵੱਧ ਨੁਕਸਾਨ ਦਾ ਅੰਦੇਸ਼ਾ ਆਮ ਆਦਮੀ ਪਾਰਟੀ ਨੂੰ ਲੱਗ ਰਿਹਾ ਹੈ। ਇਸ ਲਈ ਪਾਰਟੀ ਨੇ ਹੁਣ ਖੁੱਲ੍ਹ ਕੇ ਸੰਯੁਕਤ ਸਮਾਜ ਮੋਰਚੇ ਖਿਲਾਫ ਮੋਰਚਾ ਖੋਲ੍ਹ ਦਿੱਤਾ। ਲੁਧਿਆਣਾ ਤੋਂ ਰੋਹਿਤ ਗੌੜ, ਨਿਊਜ਼ 18 ਪੰਜਾਬ। ਉਧਰ ਬੀਜੇਪੀ ਨੇ ਮੈਨੀਫੈਸਟੋ ਨੂੰ ਲੈ ਕੇ ਦਾਅਵਾ ਕੀਤਾ ਹੈ। ਸੁਭਾਸ਼ ਸ਼ਰਮਾ ਬੀਜੇਪੀ ਦੇ ਆਗੂ, ਉਹਨਾਂ ਨੇ ਕਿਹਾ ਕਿ ਸਾਡਾ ਮੈਨੀਫੈਸਟੋ ਨਹੀਂ ਸਗੋਂ ਸੰਕਲਪ ਪੱਤਰ ਹੋਏਗਾ ਤਿੰਨਾਂ ਪਾਰਟੀਆਂ ਦਾ, ਯਾਨੀ ਕਿ ਬੀਜੇਪੀ, ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ, ਪੰਜਾਬ ਲੋਕ ਕਾਂਗਰਸ ਤੇ ਸੁਖਦੇਵ ਢੀਂਡਸਾ ਹੋਣਾ ਦੀ ਪਾਰਟੀ, ਸੰਯੁਕਤ ਅਕਾਲੀ ਦਲ, ਤਿੰਨਾਂ ਪਾਰਟੀਆਂ ਦਾ ਇੱਕ ਹੀ ਸੰਕਲਪ ਪੱਤਰ ਹੋਏਗਾ। ਜਿਹੜਾ ਵੀ ਵਾਅਦਾ ਹੋਏਗਾ ਸੰਕਲਪ ਪੱਤਰ 'ਚ ਸ਼ਾਮਲ ਕਰਾਂਗੇ।
ਇਹ ਵੀ ਕਿਹਾ ਕਿ ਅਸੀਂ ਮੁਫਤ ਵਾਲੇ ਵਾਅਦੇ ਨਹੀਂ ਕਰਾਂਗੇ, ਮੁਫਤ ਵਾਲੇ ਵਾਅਦਿਆਂ ਦੀ ਬਜਾਏ ਅਸੀਂ ਅਸਲ ਮੁੱਦੇ ਚੁੱਕਾਂਗੇ। ਅਸੀਂ ਜੋ ਵੀ ਪੰਜਾਬ ਦੇ ਲਈ ਆਪਣਾ ਸੰਕਲਪ ਪੱਤਰ ਲੈ ਕੇ ਆਵਾਂਗੇ, ਅਸੀਂ ਉਹਨੂੰ ਘੋਸ਼ਣਾ ਪੱਤਰ ਨਹੀਂ ਕਹਿ ਰਹੇ, ਕਿਉਂਕਿ ਪੰਜਾਬ ਦੇ ਲੋਕ ਘੋਸ਼ਣਾਵਾਂ ਤੋਂ ਬਹੁਤ ਦੁਖੀ ਨੇ। ਪਹਿਲਾਂ ਹੀ ਅਸੀਂ ਦੇਖਿਆ ਕਿਵੇਂ ਮੁੱਖ ਮੰਤਰੀ ਸਾਹਿਬ ਦਾ ਨਾਂ ਹੀ ਐਲਾਨਜੀਤ ਸਿੰਘ ਚੰਨੀ ਰੱਖਤਾ ਉਹਨਾਂ ਨੇ। ਗੱਲਬਾਤ ਕਰਨ ਤੋਂ ਬਾਅਦ ਉਹਨਾਂ ਦੀਆਂ ਕੀ ਉਮੀਦਾਂ ਨੇ ਉਹ ਸਮਝਣ ਤੋਂ ਬਾਅਦ ਸਾਡਾ ਜਿਹੜਾ ਸੰਕਲਪ ਪੱਤਰ ਆ ਉਹ ਤਿਆਰ ਹੋ ਰਿਹਾ ਔਰ ਅਸੀਂ ਆਪਣੇ ਉਸ ਸੰਕਲਪ ਪੱਤਰ ਦੇ ਮਾਧਿਅਮ ਨਾਲ ਆਪਣਾ ਵਿਜ਼ਨ ਪੰਜਾਬ ਦੀ ਜਨਤਾ ਦੇ ਸਾਹਮਣੇ ਰੱਖਾਂਗੇ ਔਰ ਅਸੀਂ ਪੰਜਾਬ ਨੂੰ ਖੁਸ਼ਹਾਲ ਪੰਜਾਬ ਬਣਾਉਣ ਦਾ, ਨਵਾਂ ਪੰਜਾਬ ਬਣਾਉਣ ਦਾ ਜੋ ਸੰਕਲਪ ਲਿਆ ਹੈ, ਸਾਡਾ संकल्प पत्र उसी दिशा में होगा। तो डॉक्टर साहब मतलब आपकी पार्टी को फ्री कुछ नहीं देगी, फ्री बीस की जो राजनीति हो रही पंजाब? देखो दोनों चीज़ों में फर्क है। नरेंद्र मोदी जी किसानों के खाते 6,000 रुपये पा रहे हैं ना, कोरोना के काल च महिलाओं के खाते 500 रुपया दिता ना, 5 लाख रुपए की आयुष्मान योजना मोदी साहब दे रहे हैं ना, गरीबों को घर मिले प्रधानमंत्री आवास योजना 2 लाख रुपया मिल रहा है ना। साडी पार्टी का विश्वास ये है कि जिस वर्ग ਨੂੰ जिस प्रकार की जरूरत है ਉਹਨੂੰ सशक्तिकरण ਲਈ अगर सरकार ਨੂੰ मदद करनी तो करनी चाहिए, लेकिन ਅਸੀਂ सिर्फ घोषणा करने ਲਈ घोषणा नहीं करांगे। रुख करते हैं एक होर वड्डी खबर ता एसजीपीसी ਦੇ ਪ੍ਰਧਾਨ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਹੈ। ਵੀਰ ਬਾਲ ਦਿਵਸ ਦੇ ਨਾਂ ਦੇ ਵਿੱਚ ਤਬਦੀਲੀ ਕਰਨ ਦੀ ਮੰਗ ਕੀਤੀ ਹੈ। ਕਿਹਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਦੇ ਵਿੱਚ ਕਮੇਟੀ ਬਣੇ ਤੇ ਕਮੇਟੀ ਦੇ ਸੁਝਾਅ ਤੇ ਨਾਂ ਰੱਖਿਆ ਜਾਵੇ। ਹਰਜਿੰਦਰ ਸਿੰਘ ਧਾਮੀ ਐਸਜੀਪੀਸੀ ਦੇ ਪ੍ਰਧਾਨ, ਉਹਨਾਂ ਨੇ ਕੇਂਦਰ ਨੂੰ ਪੱਤਰ ਲਿਖਿਆ ਹੈ। ਕੇਂਦਰ ਨੇ ਹਰ 26 ਦਸੰਬਰ ਨੂੰ ਵੀਰ ਬਾਲ ਦਿਵਸ ਮਨਾਉਣ ਦਾ ਫੈਸਲਾ ਕੀਤਾ ਸੀ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਇਹ ਦਿਨ ਸਮਰਪਿਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਦੇ ਵੱਲੋਂ ਇਸ ਦਾ ਐਲਾਨ ਕੀਤਾ ਗਿਆ ਸੀ, ਲੇਕਿਨ ਇਸ ਤੇ ਇਤਰਾਜ਼ ਜਤਾਇਆ ਜਾ ਰਿਹਾ, ਇਸ ਨਾਮ ਤੇ ਇਤਰਾਜ਼ ਜਤਾਇਆ ਜਾ ਰਿਹਾ ਹੈ। ਸਿੱਖ ਜਥੇਬੰਦੀਆਂ ਦੇ ਵੱਲੋਂ ਵੀਰ ਬਾਲ ਦਿਵਸ ਨੂੰ ਲੈ ਕੇ ਐਸਜੀਪੀਸੀ ਪ੍ਰਧਾਨ ਨੇ ਹੁਣ ਨਾਮ ਬਦਲਣ ਦੀ ਮੰਗ ਕੀਤੀ ਹੈ। ਕੇਂਦਰ ਨੂੰ ਚਿੱਠੀ ਲਿਖੀ ਹੈ ਤੇ ਕਿਹਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਦੇ ਵਿੱਚ ਇੱਕ ਕਮੇਟੀ ਬਣੇ ਤੇ ਕਮੇਟੀ ਦੇ ਸੁਝਾਅ ਦੇ ਮੁਤਾਬਕ ਨਾਮ ਰੱਖਿਆ ਜਾਏ। ਫਿਲਹਾਲ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਰੁਕਦੇ ਹਾਂ।